ਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਤੂੰ ਸੁਲਤਾਨ ਕਹਾਂ ਹੋਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਜਾਈ, ਜੈਸੇ ਸੱਚ ਮੈਂ ਰਹੋ ਰਜਾਈ। ਤੇਰੇ ਗੁਣ ਗਾਵਾਂ ਦੇਹ 부ਜਾਈ, ਜੈਸੇ ਸੱਚ ਮੈਂ ਰਹੋ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਸਾਰੇ ਮਾਈ ਭਾਈ ਅੰਮ੍ਰਿਤ ਵੇਲੇ ਜਾਗ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਦੇ ਪਵਿੱਤਰ ਮਹਾਂਵਾਕਾਂ ਦੀ ਕਮਾਈ ਕਰਦੇ ਹੋਏ ਆਪ ਸਾਰੇ ਮਾਈ ਭਾਈ ਬੈਠ ਕੇ ਗੁਰਬਾਣੀ ਦਾ ਲਾਹ ਖੱਟ ਰਹੇ ਹੋ। ਰੋਜ਼ਾਨਾ ਨਿਤਨੇਮ ਦੀ ਸੇਵਾ ਕੀਰਤਨ ਰਾਹੀਂ ਆਪ ਆਪਣੇ ਮਨ ਨੂੰ ਖੁਰਾਕ ਦੇ ਕੇ ਉਸ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰ ਰਹੇ ਹੋ। ਇਹ ਬਹੁਤ ਹੀ ਵੱਡੇ ਭਾਗ ਹੁੰਦੇ ਹਨ। ਆਓ ਕੁਝ ਸਮਾਂ ਮਾਲਕ ਨੇ ਜੋ ਬਖਸ਼ਿਆ ਹੈ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋ ਅੰਮ੍ਰਿਤਮਈ ਬਾਣੀ, ਮੁੱਢਲੀ ਬਾਣੀ ਹੈ, ਬਹੁਤ ਹੀ ਸੁੱਚੇ ਅਤੇ ਉੱਚੇ ਵਿਚਾਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਹੀ ਔਖੇ ਕਨਸੈਪਟ ਨੂੰ ਸਾਨੂੰ ਇਸ ਤਰ੍ਹਾਂ ਸਧਾਰਨ ਤਰੀਕੇ ਨਾਲ ਦੱਸ ਕੇ ਸਾਡੇ ਵਰਗੇ ਭਰਮਾਂ ਦੇ ਵਿੱਚ ਪਏ ਹੋਏ, ਸੰਕਿਆਂ ਦੇ ਵਿੱਚ ਪਏ ਹੋਏ ਔਰ ਭਟਕੇ ਹੋਏ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਤਿਗੁਰੂ ਨੇ ਸਾਨੂੰ ਕੁਰਾਹੇ ਪਾਉਂਦਿਆਂ ਨੂੰ ਇੱਕ ਐਸੀ ਗੁਰਬਾਣੀ ਅੰਦਰ ਰੋਸ਼ਨੀ ਦੇ ਕੇ ਸਾਨੂੰ ਉਸ ਗੱਲ ਦਾ ਚਾਨਣ ਦਿਖਾਇਆ ਕਿ ਭਾਈ ਦੁਨੀਆ ਦੇ ਲੋਕੋ, ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਸਚਿਆਰ ਬਣਨਾ ਚਾਹੁੰਦੇ ਹੋ, ਅਤੇ ਜਿਹੜਾ ਤੁਸੀਂ ਰਸਤਾ ਇਖਤਿਆਰ ਕੀਤਾ ਹੈ ਉਹ ਪਰਮਾਤਮਾ ਦੇ ਘਰ ਨਹੀਂ ਜਾਉਂਦਾ। ਇਹ ਨਹੀਂ ਕਿ ਤੁਸੀਂ ਮਿਹਨਤ ਨਹੀਂ ਕਰ ਰਹੇ, ਇਹ ਨਹੀਂ ਤੁਸੀਂ ਹਾਰਡ ਵਰਕ ਨਹੀਂ ਕਰ ਰਹੇ। ਬੱਚਾ ਸਾਰੇ ਸਾਲ ਪੜ੍ਹੇ ਅਤੇ ਜਿਹੜਾ ਐਗਜ਼ਾਮ ਵਿੱਚ ਕੁਐਸਚਨ ਆਉਣੇ ਨੇ ਉਹਦੀ ਤਿਆਰੀ ਨਾ ਕੀਤੀ ਹੋਵੇ ਅਤੇ ਉਹਦੀ ਜਗ੍ਹਾ ਕੋਈ ਦੂਜਾ ਸਿਲੇਬਸ ਤਿਆਰ ਕਰ ਲਏ, ਮੈਂ ਨਹੀਂ ਸਮਝਦਾ ਉਹ ਬੱਚਾ ਪਾਸ ਹੋ ਸਕਦਾ ਹੈ। ਕਿਉਂਕਿ ਉਸ ਸਿਲੇਬਸ ਨੂੰ ਸਾਨੂੰ, ਜਿਸ ਦਾ ਅਸੀਂ ਐਗਜ਼ਾਮ ਦੇ ਰਹੇ ਹਾਂ, ਸਾਨੂੰ ਐਗਜ਼ਾਮ ਦੇ ਅੰਦਰ ਤਿਆਰੀ ਕਰਨੀ ਪਵੇਗੀ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਾਰਾ ਸਿਲੇਬਸ ਗੁਰਬਾਣੀ ਦਾ ਸਾਨੂੰ ਜਿਹੜਾ ਦਿੱਤਾ ਹੈ, ਉਹ ਪਰਮਾਤਮਾ ਦੇ ਘਰ ਸਿੱਧਾ ਜਾ ਰਿਹਾ ਹੈ। ਸਾਨੂੰ ਮਸ਼ੱਕਤ ਕਰਨ ਦੀ ਲੋੜ ਨਹੀਂ ਹੈ, ਜਾਂ ਕੋਈ ਇਸ ਭਰਮ ਵਿੱਚ ਪੈਣ ਦੀ ਲੋੜ ਨਹੀਂ ਕਿ ਇਹ ਗੁਰੂ ਨਾਨਕ ਪਾਤਸ਼ਾਹ ਤੁਸੀਂ ਰਸਤਾ ਦੱਸ ਰਹੇ ਹੋ, ਇਹ ਠੀਕ ਹੈ, ਜਾਂ ਜੋ ਸਿੱਧ ਲੋਕ, ਜੋਗੀ ਲੋਕ ਜਾਂ ਕਾਜੀ ਲੋਕ ਜੋ ਰਸਤਾ ਦੱਸ ਰਹੇ ਨੇ ਇਹ ਠੀਕ ਹੈ। ਜਿਸ ਤਰ੍ਹਾਂ ਪਹਿਲੀਆਂ ਦੋ ਪੌੜੀਆਂ ਦੇ ਵਿੱਚ ਅਸੀਂ ਵਿਚਾਰ ਮਿਲ ਕੇ ਸਾਂਝ ਕੀਤੀ ਸੀ
ਕਿ ਕਿਸ ਤਰ੍ਹਾਂ ਸਿੱਧ ਲੋਕ ਕੰਨ ਫੜਵਾ ਕੇ ਮੁੰਦਰਾਂ ਪਾਈਆਂ ਹੋਈਆਂ ਸਨ, ਹੱਥ ਵਿੱਚ ਖੱਪੜ ਫੜਿਆ ਸੀ ਤੇ ਠੂਠਾ ਮਤਲਬ ਕਿ ਲੈ ਕੇ ਮੰਗਦੇ ਸਨ, ਸਿੰਘੀ ਗਲੇ ਵਿੱਚ ਪਾਈ ਹੋਣੀ, ਗੋਦੜੀ ਪਾਈ ਹੋਣੀ ਤੇ ਜਟਾਂ ਵਧਾਈਆਂ ਹੋਣੀਆਂ, ਤੇ ਜਾ ਕੇ ਪਹਾੜਾਂ ਦੀਆਂ ਕੰਦਰਾਂ ਤੇ ਬੈਠ ਕੇ ਤੇ ਉੱਥੇ ਫਿਰ ਜਿਹੜਾ ਪ੍ਰਸ਼ਾਦ ਚੂਰਮਾ ਵੰਡਦੇ ਸਨ। ਮਹਾਰਾਜ ਨੇ ਉਹਨਾਂ ਨੂੰ ਸਾਰਿਆਂ ਨੂੰ ਚਾਨਣਾ ਪਾਇਆ ਕਿ ਭਾਈ ਇਹ ਜੋ ਤੁਸੀਂ ਵੀ ਬਾਹਰ ਦੀ ਕਿਰਿਆ ਕਰ ਰਹੇ ਹੋ, ਉਹ ਪਰਮਾਤਮਾ ਦੇ ਘਰ ਪਹੁੰਚਣ ਦਾ ਇਹ ਰਸਤਾ ਨਹੀਂ ਹੈ, ਕਿਉਂਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਅਸੀਂ ਉਸ ਕਨਸੈਪਟ ਨੂੰ ਹੀ ਫੜ ਕੇ ਅਗਰ ਚੱਲੀਏ ਤਾਂ ਮਹਾਰਾਜ ਨੇ ਫਿਰ ਉਹਨਾਂ ਨੂੰ ਇਹ ਸਮਝਾਇਆ। ਫਿਰ ਉਸ ਤੋਂ ਅਗਲੀ ਪੌੜੀ ਵਿੱਚ ਇੱਕ ਉਹਨਾਂ ਦੀ ਮਨੋਤ ਮੰਨੀ ਜਾਂਦੀ ਸੀ ਕਿ ਇੱਕ ਮਾਇਆ ਹੈ, ਮਾਇਆ ਪ੍ਰਸੂਤੀ ਗਈ, 3 ਉਹਦੀਆਂ ਔਲਾਦ ਹੋਏ, ਉਹਦੇ ਬੱਚੇ ਹੋਏ, ਬ੍ਰਹਮਾ ਵਿਸ਼ਨੂੰ ਮਹੇਸ਼। ਜਿਹੜਾ ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ ਹੈ, ਵਿਸ਼ਨੂੰ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਤੇ ਜਿਹੜਾ ਸ਼ਿਵ ਜੀ ਹੈ ਉਹ ਇਸ ਨੂੰ ਸਮੇਟ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹਨਾਂ ਤਿੰਨਾਂ ਦੇ ਹੱਥ ਕੁਛ ਵੀ ਨਹੀਂ ਹੈ, ਸਭ ਕੁਝ ਪਰਮਾਤਮਾ ਦੇ ਹਾਰ ਹੈ। ਜਿਵ ਤਿਸ ਭਾਵੈ ਤਿਵੇਂ ਚਲਾਵੇ। ਜਿਸ ਤਰ੍ਹਾਂ ਪਰਮਾਤਮਾ ਚਲਾਉਂਦਾ ਹੈ ਉਵੇਂ ਚੱਲਦੇ ਨੇ, ਇਹਨਾਂ ਦੇ ਕੋਲ ਕਿਸੇ ਕੋਲ ਪਾਇਆ ਨਹੀਂ ਹੈ। ਤਾਂ ਦੇਖੋ ਕਿਤਨਾ ਸੋਹਣਾ ਢੰਗ ਸਾਨੂੰ ਸਮਝਾ ਦਿੱਤਾ। ਹੁਣ ਜਦ ਸਿੱਧਾਂ ਨਾਲ ਵਿਚਾਰ ਹੋ ਰਹੀ ਸੀ ਤੇ ਅਚਾਨਕ ਸਿੱਧਾਂ ਵਿੱਚੋਂ ਇੱਕ ਵੱਡੇ ਸਿੱਧ ਨੇ ਬੜਾ ਸੁੰਦਰ ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ। ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਨੂੰ, ਹੇ ਬਾਲਕ, ਕਿਉਂਕਿ ਉਹਨਾਂ ਨੇ ਤਾਂ ਬਾਲਕ ਜਾਣਿਆ, ਹੇ ਬਾਲਕ ਨਾਨਕ, ਇੱਕ ਸਾਡੀ ਗੱਲ ਦਾ ਜਵਾਬ ਦੇ। ਜਿਸ ਤਰ੍ਹਾਂ ਅਸੀਂ ਤੇ ਆਸਣ ਲਾਉਂਦੇ ਹਾਂ, ਆਸਣ ਮਤਲਬ ਕੋਈ ਟਿਕਾਣਾ, ਕਿਉਂਕਿ ਸਿੱਧ ਲੋਕ ਇੱਕ ਆਸਣ ਲਾ ਕੇ ਬੈਠਦੇ ਸਨ ਤੇ ਫਿਰ ਨਾਲ ਉਹ ਭੰਡਾਰੇ ਚਲਾਉਂਦੇ ਸਨ। ਤੋ ਮਹਾਰਾਜ ਨੂੰ ਕਹਿਣ ਲੱਗੇ, ਸਾਡੇ ਤੇ ਕੋਈ ਨਾ ਕੋਈ ਆਸਣ ਹੈ, ਅਸੀਂ ਭੰਡਾਰੇ ਲਾਉਂਦੇ ਹਾਂ, ਤੁਹਾਡਾ ਵੀ ਕੋਈ ਆਸਣ ਹੈ? ਤੁਸੀਂ ਵੀ ਭੰਡਾਰੇ ਕਿੱਥੇ ਲਾਉਂਦੇ ਹੋ? ਗੁਰੂ ਨਾਨਕ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ, ਸਿੱਧ ਜਨੋ, ਅਸੀਂ ਇਸ ਸੰਸਾਰ ਵਿੱਚ ਕੋਈ ਆਸਣ ਲਾਉਣ ਵਾਸਤੇ ਨਹੀਂ ਆਏ। ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਜਿੰਨੀਆਂ ਉਦਾਸੀਆਂ ਕੀਤੀਆਂ, ਕਿੱਥੇ ਆਸਣ ਨਹੀਂ ਲਾਇਆ ਆਪਣਾ, ਕੋਈ ਡੇਰਾ ਨਹੀਂ ਲਾਇਆ ਆਪਣਾ, ਕੋਈ ਆਪਣੇ ਨਾਮ ਦਾ ਝੰਡਾ ਨਹੀਂ ਲਾਇਆ। ਜਿੱਥੇ ਗਏ ਉਸ ਅਕਾਲ ਪੁਰਖ ਦੀ ਸਿਫਤ ਕੀਤੀ, ਤੇ ਜਿਹੜੇ ਉਲਟੇ ਸਿੱਧੇ ਕਰਮਾਂ ਕਾਂਡ ਦੇ ਵਿੱਚ ਪਏ ਹੋਏ ਸਨ, ਮਹਾਰਾਜ ਨੇ ਉਹਨਾਂ ਨੂੰ ਬਾਹਰ ਕੱਢ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਉਸ ਅਕਾਲ ਪੁਰਖ ਦੇ ਨਾਲ ਜੋੜਿਆ। ਮਹਾਰਾਜ ਕਹਿੰਦੇ ਸਾਡਾ ਤੇ ਕੋਈ ਆਸਣ ਨਹੀਂ ਹੈ, ਕੋਈ ਐਸਾ ਭੰਡਾਰਾ ਨਹੀਂ। ਹਾਂ, ਪਰਮਾਤਮਾ ਦਾ ਇੱਕ ਆਸਣ ਹੈ, ਜਿਹਦੇ ਅਸੀਂ ਪੁਜਾਰੀ ਹਾਂ, ਜਿਹਦੀ ਅਸੀਂ ਸੇਵਾ ਕਰਦੇ ਹਾਂ। ਤੇ ਮਹਾਰਾਜ ਉਸ ਖਿਆਲ ਨੂੰ, ਉਸ ਸਿੱਧਾਂ ਦੀ ਸ਼ੰਕਾ ਨੂੰ ਪੂਰੇ ਕਰਦੇ ਹੋਏ, ਜਾਂ ਇਸ ਤਰ੍ਹਾਂ ਕਹਿ ਲਓ ਕਿ ਸਾਡੀਆਂ ਵੀ ਜਿਹੜੀਆਂ ਅੰਦਰ ਦੀਆਂ ਮਨ ਦੀਆਂ ਦੁਵਿਧਾਵਾਂ ਨੇ, ਉਹਨੂੰ ਪੂਰਨ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗੇ, ਮਹਾਰਾਜ, ਆਸਣ ਲੋਏ ਲੋਏ ਭੰਡਾਰ। ਇਹ ਸਿੱਧ ਜਨੋ, ਬਲਕਿ ਸਿੱਧੋ ਨਹੀਂ, ਸਾਰੀ ਖਲਕਤ ਨੂੰ, ਸਾਰੀ ਲੋਕਾਈ ਨੂੰ ਮਹਾਰਾਜ ਕਹਿ ਰਹੇ ਨੇ ਕਿ ਉਹ ਪਰਮਾਤਮਾ ਦਾ ਜਿਹੜਾ ਆਸਣ ਹੈ ਨਾ, ਰਾਣੇ ਨੂੰ ਔਂਕੜ ਹੈ। ਭਾਵ ਇੱਕ ਵਚਨ ਦੀ ਗੱਲ ਹੋ ਰਹੀ ਹੈ। ਇਹ ਪਰਮਾਤਮਾ ਦਾ ਜਿਹੜਾ ਆਸਣ ਹੈ ਨਾ, ਹਰ ਲੋਏ ਲੋਏ, ਲੋਏ ਭਾਵ ਹਰ ਲੋਕ ਵਿੱਚ ਈੜੇ ਨੂੰ ਸਿਹਾਰੀ ਹੈ। ਪੜ੍ਹਨਾ ਕੀ ਹੈ? ਲੋਹੇ ਨਹੀਂ ਪੜ੍ਹਨਾ, ਲੋਏ ਭਾਵ ਕਿ ਹਰ ਲੋਕ ਵਿੱਚ, ਐੜੇ ਦੀ ਸਿਹਾਰੀ ਦਾ ਭਾਵ ਉਹਦੇ ਵਿੱਚ। ਉਸ ਪਰਮਾਤਮਾ ਦਾ ਜਿਹੜਾ ਟਿਕਾਣਾ ਹੈ, ਉਹਦਾ ਜਿਹੜਾ ਆਸਣ ਹੈ, ਲੋਏ ਲੋਏ ਹਰ ਲੋਕ ਵਿੱਚ ਹੈ। ਤੇ ਹਰ ਲੋਕ ਵਿੱਚ ਹੁੰਦਿਆਂ ਹੋਇਆਂ ਉਹਦੇ ਭੰਡਾਰੇ ਕਹਿ ਲਓ, ਸਟੋਰ ਕਹਿ ਲਓ, ਗੋਡਾਊਨ ਕਹਿ ਲਓ, ਉਹਦਾ ਸਾਰਾ ਭੰਡਾਰੇ ਹਰ ਜਗ੍ਹਾ ਚੱਲ ਰਹੇ ਨੇ, ਹਰ ਲੋਕ ਵਿੱਚ। 3 ਲੋਕ ਮੰਨੇ ਗਏ ਨੇ ਨਾ, ਸਰਬ ਲੋਕ, ਮਾਤਰ ਲੋਕ ਤੇ ਪਾਤਾਲ ਲੋਕ। ਵੈਸੇ ਇਹਨੂੰ 14 ਲੋਕ ਵੀ ਕਹਿੰਦੇ ਨੇ। ਭਾਵ ਕਿ ਸਾਰੀਆਂ ਸ੍ਰਿਸ਼ਟੀਆਂ ਦੇ ਅੰਦਰ ਉਸ ਪਰਮਾਤਮਾ ਦਾ ਆਸਣ ਹੈ, ਜਿਹਦੇ ਉਹਦੇ ਭੰਡਾਰੇ ਚੱਲ ਰਹੇ ਨੇ। ਤੇ ਸਿੱਧ ਕਹਿੰਦੇ ਨੇ, ਇੰਨੇ ਭੰਡਾਰੇ ਨੇ, ਕਦੀ ਤੇ ਮੁੱਕਣਗੇ। ਭਾਈ ਕੋਈ ਚੀਜ਼ ਭੰਡਾਰੇ ਹੋਣ, ਕਹਿੰਦੇ ਨੇ ਸਾਡੇ ਤੇ ਭੰਡਾਰੇ ਮੁੱਕ ਜਾਂਦੇ ਨੇ। ਕਿਉਂਕਿ ਜਦੋਂ ਅਸੀਂ ਭੰਡਾਰੇ ਲਾਉਂਦੇ ਹਾਂ ਤੇ ਸਮਾਂ ਪਾ ਕੇ, ਦੇਖੋ ਘਰ ਦੇ ਵਿੱਚ ਵੀ ਕਦੀ ਅਸੀਂ ਰਾਸ਼ਨ ਲਿਆਉਂਦੇ ਹਾਂ ਤੇ ਸਮਾਂ ਪਾ ਕੇ ਖਤਮ ਹੁੰਦਾ ਹੀ ਹੈ ਨਾ। ਮਹਾਰਾਜ ਕਹਿੰਦੇ ਨਹੀਂ, ਮਹਾਰਾਜ ਮੁਸਕਰਾ ਪਏ।
ਮਹਾਰਾਜ ਕਹਿੰਦੇ ਰੱਬ ਦੀ ਕਿਰਿਆ ਐਸੀ ਨਹੀਂ ਹੈ। ਦੇਖੋ ਰੱਬ ਦੀ ਮਹਾਰਾਜ ਅਹਿਮੀਅਤ ਦੱਸ ਰਹੇ ਨੇ। ਜਦੋਂ ਸਾਨੂੰ ਪਰਮਾਤਮਾ ਦੀਆਂ ਸਿਫਤਾਂ ਵਡਿਆਈਆਂ, ਪਰਮਾਤਮਾ ਦੀਆਂ ਇਹ ਕਰਾਮਾਤਾਂ, ਪਰਮਾਤਮਾ ਦੀ ਸੱਚਾਈ ਸਾਨੂੰ ਪਤਾ ਲੱਗੇਗੀ ਤੇ ਸੱਚ ਜਾਣਿਓ ਜਿਹਦੀ ਵਡਿਆਈ ਸੁਣਨੇ ਆ ਉਹਦੇ ਅੱਗੇ ਸੀਸ ਵੀ ਫਿਰ ਝੁਕਦਾ ਹੈ ਨਾ। ਫਿਰ ਦੂਜੇ ਅੱਗੇ ਕਿਉਂ ਝੁਕੇਗਾ? ਜਦ ਸਾਨੂੰ ਇਹੀ ਪਤਾ ਲੱਗ ਜਾਏਗਾ ਕਿ ਪਰਮਾਤਮਾ ਹੀ ਆਲ ਇਨ ਆਲ ਹੈ, ਪਰਮਾਤਮਾ ਹੀ ਸਭ ਕੁਛ ਹੈ। ਗੁਰੂ ਸਾਹਿਬ ਇਹੀ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਸਿੱਧ ਜਨੋ ਕੋਈ ਆਸਣ ਆਪਣਾ ਵੱਖਰਾ ਨਾ ਲਾਓ, ਤੁਹਾਡੇ ਭੰਡਾਰੇ ਤੇ ਕਦੀ ਨਾ ਕਦੀ ਤੇ ਮੁੱਕਣੇ ਹੀ ਨੇ। ਪਰ ਉਹ ਪਰਮਾਤਮਾ ਦਾ ਜਿਹੜਾ ਭੰਡਾਰਾ ਹੈ, ਮਹਾਰਾਜ ਕਹਿੰਦੇ ਨੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਵਾਹ, ਪਰਮਾਤਮਾ ਨੇ ਜਿਹੜੀ ਚੀਜ਼ ਪਾਈ ਹੈ ਨਾ ਇਸ ਧਰਤੀ ਦੇ ਉੱਤੇ, ਉਹ ਇੱਕੋ ਵਾਰ ਹੀ ਪਾ ਦਿੱਤੀ ਹੈ, ਮੁੱਕਣ ਵਾਲੀ ਨਹੀਂ ਹੈ। ਜੁਗਾ ਜੁਗੰਤਰ ਖਾਹੀ ਖਾਹੇ, ਸਾਡੇ ਤੋਂ ਪਹਿਲਾਂ ਹਜ਼ਾਰਾਂ ਸਾਲ ਤੋਂ ਪਤਾ ਨਹੀਂ ਕਿਤਨਾ ਇਸ ਧਰਤੀ ਦੇ ਅੰਦਰ ਮਹਾਰਾਜ ਪਰਮਾਤਮਾ ਨੇ ਇਹ ਪਾ ਦਿੱਤਾ ਹੈ, ਮੁੱਕਣ ਤੇ ਹੀ ਨਹੀਂ ਆ ਰਿਹਾ। ਹੁਣ ਸਾਡੀ ਉਮਰ 50-55 ਤੋਂ ਉੱਤੇ ਵੇ। ਇਸ ਉਮਰ 'ਤੇ ਆ ਕੇ ਫਿਰ ਸਾਡੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਵੀ ਘਰ ਦਾ ਸਮਾਨ ਲਿਆਓ। ਜਦੋਂ ਬੰਦਾ 50 ਟੱਪਦਾ ਹੈ ਕੀ ਹੁੰਦਾ ਫਿਰ ਉਹਦੇ 'ਤੇ ਜ਼ਿੰਮੇਵਾਰੀਆਂ ਕਾਹਦੀਆਂ? ਉਹ ਕਹਿੰਦੇ ਨਾ ਖੋਤੇ ਦੀ ਜੂਨ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਘਰ ਦੀਆਂ ਜ਼ਿੰਮੇਵਾਰੀਆਂ, ਜਿੰਨਾ ਸਮਾਨ ਲਿਆਉਣਾ ਬਾਈ, ਰਾਸ਼ਨ ਪਾਣੀ ਸਭ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਜਦ ਘਰ ਦੀਆਂ ਨਾਲ ਜਾਈਦਾ, ਉਹ ਲਿਸਟ ਦਿੰਦੇ ਨੇ, ਸਾਰਾ ਸਮਾਨ ਲੈ ਕੇ ਆਉਂਦੇ ਹਾਂ। 2-3 ਦਿਨ ਨਹੀਂ ਬੀਤਦੇ ਜੀ, ਇਹ ਵੀ ਆਈਟਮ ਘੱਟ ਏ, ਇਹ ਵੀ ਆਈਟਮ ਘੱਟ ਏ, ਫਿਰ ਭਜਣਾ ਪੈਂਦਾ ਹੈ। ਭਜਣਾ ਪੈਂਦਾ ਨਾ। ਦੱਸੋ ਤੁਸੀਂ ਇੱਕ ਵਾਰੀ ਪਾ ਲਿਆ ਹੋਵੇ ਤੇ ਅੱਜ ਤੱਕ ਕਦੀ ਪਾਇਆ ਨਾ ਹੋਵੇ, ਫਿਰ ਕੋਈ ਨਾ ਕੋਈ ਆਈਟਮ ਸਾਨੂੰ ਬਾਜ਼ਾਰ ਵਿੱਚੋਂ ਪਰਚੇਸ ਕਰਨੀ ਪੈਂਦੀ ਹੈ। ਮੈਂ ਇਸ ਗੱਲ ਨੂੰ ਵੇਖ ਕੇ ਮੈਂ ਪਰਮਾਤਮਾ ਨਾਲ ਜੋੜ ਰਿਹਾ, ਹੇ ਪਰਮਾਤਮਾ ਧੰਨ ਤੂੰ ਹੈ, ਪਤਾ ਹੀ ਨਹੀਂ ਇਸ ਧਰਤੀ ਦੇ ਵਿੱਚ ਤੂੰ ਕਿਤਨਾ ਕੁਛ ਬੋ ਦਿੱਤਾ ਹੈ, ਮੁੱਕਣ ਤੇ ਹੀ ਨਹੀਂ ਆ ਰਿਹਾ। ਦੇਂਦਾ ਦੇ ਲੈਂਦੇ ਥੱਕ ਪਾਹੇ। ਅਸੀਂ ਤੇ ਘਰ ਦੀਆਂ ਚੀਜ਼ਾਂ ਹੀ ਲੈ ਲੈ ਕੇ ਨਹੀਂ ਖਤਮ ਹੋਣੀਆਂ, ਅਸੀਂ ਤੇ ਭੰਡਾਰੇ ਭਰਦੇ ਹੀ ਰਹਿ ਜਾਂਦੇ ਹਾਂ। ਪਰ ਪਰਮਾਤਮਾ ਤੁਸੀਂ ਅਰਬਾਂ ਖਰਬਾਂ ਜੀਵਾਂ ਨੂੰ ਖਵਾ ਚੁੱਕੇ ਹੋ, ਖਵਾ ਰਹੇ ਹੋ, ਖਵਾਉਂਦੇ ਰਹੋਗੇ, ਇਹ ਭੰਡਾਰੇ ਤੇ ਮੁੱਕਦੇ ਹੀ ਨਹੀਂ ਪਏ। ਕਿਆ ਤੁਸੀਂ ਇਹ ਥੋੜ੍ਹਾ ਹੈ ਕਿ ਰੋਸ਼ਨੀ ਮੁੱਕ ਗਈ ਹੈ? ਸੂਰਜ ਜਦੋਂ ਤੋਂ ਅਸੀਂ ਦੇਖ ਰਹੇ ਹਾਂ, ਜਿੰਨੀ ਉਮਰ ਹੈ, ਕਦੀ ਇਹ ਨਹੀਂ ਕਿ ਸੂਰਜ ਨੇ ਲਾਈਟ ਨਹੀਂ ਦਿੱਤੀ, ਸੂਰਜ ਉਸ ਰੋਸ਼ਨੀ ਪੂਰੀ ਦੇ ਰਿਹਾ। ਅਸੀਂ ਇੰਨੀ ਰੋਸ਼ਨੀ ਘਰ ਵਿੱਚ ਕਰਨੀ ਹੋਵੇ ਤੇ ਕਿੰਨੇ ਬਲਬ ਜਲਾਈ ਦੇ ਨੇ। ਪਰਮਾਤਮਾ ਤੇਰਾ ਲਾਟੂ, ਤੇਰਾ ਬਲਬ ਕਿਤਨਾ ਹੀ ਵੱਡਾ ਹੈ, ਜਿਹੜਾ ਤੂੰ ਇੱਕ ਵਾਰੀ ਔਨ ਕਰਨਾ ਹੈ ਤੇ ਪੂਰੀ ਸ੍ਰਿਸ਼ਟੀ ਦੇ ਚਾਨਣਾ ਹੋ ਜਾਂਦਾ, ਫਿਰ ਮੋਮਬੱਤੀ ਦੀ ਲੋੜ ਹੀ ਨਹੀਂ ਪੈਂਦੀ। ਦੱਸੋ ਜੇ ਅਸੀਂ ਸੂਰਜ ਦੇ ਸਾਹਮਣੇ ਹੁਣ ਬਾਹਰ ਨਿਕਲਣਾ, ਸੂਰਜ ਦਾ ਸਮਾਂ ਹੋ ਗਿਆ ਹੈ, ਤੇ ਕੋਈ ਹੱਥ 'ਚ ਟਾਰਚ ਲੈ ਕੇ, ਕੋਈ ਦੀਵਾ ਲੈ ਕੇ, ਕੋਈ ਮੋਮਬੱਤੀ ਲੈ ਕੇ ਜਾਏ ਤੇ ਲੋਕ ਕੀ ਕਹਿਣਗੇ? ਮੂਰਖ ਹੈ ਭਾਈ, ਇੰਨੀ ਵੱਡੀ ਰੱਬ ਨੇ ਸ੍ਰਿਸ਼ਟੀ ਬਣਾ ਕੇ ਇਹ ਸੂਰਜ ਦੀ ਰੋਸ਼ਨੀ ਕੀਤੀ ਤੇ ਇਹ ਚਾਨਣਾ ਕਿੱਥੋਂ ਲਿਆ ਰਿਹਾ? ਕਦੀ ਨਾ ਉਹਦਾ ਚਾਨਣਾ ਮੁੱਕਿਆ, ਨਾ ਉਹਦਾ ਅੰਧੇਰਾ ਮੁੱਕਿਆ, ਨਾ ਧਰਤੀ ਦੇ ਵਿੱਚ ਕਿਤਨੇ ਹੀ ਖਣਿਜ ਪਦਾਰਥ, ਕਿਤਨਾ ਲੋਹਾ ਧਰਤੀ ਦੇ ਅੰਦਰ ਹੈ, ਅਸੀਂ ਕੱਢੀ ਜਾ ਰਹੇ ਹਾਂ, ਖਾਈ ਜਾ ਰਹੇ ਹਾਂ। ਅਸੀਂ ਤੇ ਖਾ ਖਾ ਕੇ ਆਪਣੇ ਮੂੰਹ ਵੀ ਘਸਾ ਲਏ, ਖਾਂਦਿਆਂ ਮੂੰਹ ਘਟਾ, ਪਹਿਨਦਿਆਂ ਸਭ ਅੰਗ। ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲਾਗੋ ਰੰਗ। ਅਸੀਂ ਤੇ ਖਾ ਖਾ ਕੇ ਖਾਏ ਕਰੇ ਬਦ ਫੈਲੀ, ਜਾਣ ਵੀ ਸੁੱਕੀ ਵਾੜੀ ਜੀਓ। ਕਿਤਨਾ ਕੁਝ ਅਸੀਂ ਮੁਕਾ ਚੁੱਕੇ ਹਾਂ ਧਰਤੀ ਤੋਂ, ਪਰ ਧਰਤੀ ਨੂੰ ਕੋਈ ਫਰਕ ਨਹੀਂ ਪਿਆ। ਸਿਆਣੇ ਕਹਿੰਦੇ ਨੇ ਇੱਕ ਬੀਜ ਬੋਵੋ ਨਾ ਤੇ 56 ਗੁਣਾ ਧਰਤੀ ਉਹ ਬੀਜ ਦਾ ਫਲ ਦਿੰਦੀ ਹੈ। ਤਾਂ ਹੀ ਧਰਤੀ ਨੂੰ ਅੱਗੇ ਚੱਲ ਕੇ ਮਹਾਰਾਜ ਕਹਿਣਗੇ ਧਰਤੀ ਮਾਂ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਧਰਤੀ ਨੂੰ ਮਾਤਾ, ਕਿਉਂਕਿ ਮਾਤਾ ਦੇ ਜਿਹੜੇ ਗੁਣ ਨੇ ਉਹ ਧਰਤੀ ਦੇ ਵਿੱਚ ਨੇ। ਮਾਤਾ ਸਭ ਕੁਝ ਧਰਤੀ ਦੇ ਅੰਦਰ ਸਮੇਟੀ ਬੈਠੀ ਹੈ। ਧਰਤੀ ਮਾਂ ਕਿਹਾ ਹੈ। ਇਸੇ ਤਰ੍ਹਾਂ ਇੱਕ ਮਾਂ ਵੀ ਆਪਣੇ ਬੱਚਿਆਂ ਦੇ ਗੁਣ ਔਗੁਣ ਸਭ ਛੁਪਾ ਕੇ ਬੈਠੀ ਹੈ। ਜਿਸ ਤਰ੍ਹਾਂ ਮਾਂ ਦਾ ਹਿਰਦਾ ਵਿਸ਼ਾਲ ਹੁੰਦਾ ਹੈ, ਜਿਹਨੂੰ ਪਰਮਾਤਮਾ ਤੋਂ ਬਾਅਦ ਦੂਜਾ ਦਰਜਾ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਧਰਤੀ ਨੂੰ
ਮਾਂ ਦੇ ਨਾਲ। ਇਹ ਨਹੀਂ ਕਿ ਗੁਰੂ ਸਾਹਿਬ ਧਰਤੀ ਨਾਲ ਜੋੜ ਰਹੇ ਨੇ, ਇਹ ਵੀ ਗੱਲ ਧਿਆਨ ਦੇਣਾ ਕਿ ਪਵਨ ਗੁਰੂ ਕਹਿਤਾ ਤੇ ਪਵਨ ਸਾਡਾ ਗੁਰੂ ਨਹੀਂ। ਜਿਹੜੇ ਗੁਰੂ ਦੇ ਗੁਣ ਨੇ ਉਹ ਹਵਾ ਦੇ ਵਿੱਚ ਨੇ। ਜਿਸ ਤਰ੍ਹਾਂ ਹਵਾ ਬਗੈਰ ਅਸੀਂ ਰਹਿ ਨਹੀਂ ਸਕਦੇ ਨਾ, ਤੇ ਸਿੱਖਾ ਤੇਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੋਵੇ, ਤੂੰ ਗੁਰੂ ਤੋਂ ਬਗੈਰ ਨਾ ਰਹੇ। ਗੁਰੂ ਬਿਨਾ ਮੈਂ ਨਾ ਹੀ ਹੋਰ, ਤਾਂ ਹੀ ਉਹਨੂੰ ਪਵਨ ਗੁਰੂ ਕਿਹਾ। ਇਹ ਅੱਗੇ ਚੱਲ ਕੇ ਵਿਚਾਰ ਸਾਂਝ ਹੋਏਗੀ। ਇਹ ਕਨਸੈਪਟ ਐਸਾ ਹੈ ਪਰਮਾਤਮਾ ਦਾ, ਜਿਤਨਾ ਖੋਲ ਲਓ ਭੰਡਾਰੇ ਮੁੱਕਦੇ ਹੀ ਨਹੀਂ। ਮਹਾਰਾਜ ਕਹਿੰਦੇ ਨੇ ਉਹਨੇ ਇੱਕੋ ਵਾਰੀ ਪਾਇਆ, ਜੋ ਕੁਛ ਪਾਇਆ ਸੋ ਏਕਾ ਵਾਰ। ਇਹ ਨਹੀਂ ਕਿ ਉਹਨੂੰ ਬਈ ਲੋੜ ਪੈ ਗਈ ਕਿ ਹੁਣ ਖਤਮ ਹੋ ਗਿਆ, ਚਲੋ ਮੈਂ ਫੇਰ ਪਾ ਦਿੰਦਾ। ਕਿੰਨੇ ਯੁੱਗ ਚਲੇ ਗਏ ਨੇ, ਪਰ ਪਰਮਾਤਮਾ ਦੇ ਪਦਾਰਥ ਮੁੱਕੇ ਨਹੀਂ ਹੈ। ਇੱਕ ਘਰ ਦੇ 4 ਬੰਦੇ ਅਸੀਂ ਖਾਣ ਵਾਲੇ, ਸਾਨੂੰ ਬਾਰ-ਬਾਰ ਬਾਜ਼ਾਰ ਜਾਣਾ ਪੈਂਦਾ, ਬਾਰ-ਬਾਰ ਮਾਰਕੀਟ ਜਾਣਾ ਪੈਂਦਾ। ਕਿੱਥੋਂ ਕਦੀ ਅਸੀਂ ਭਾਵੇਂ ਕਿਸੇ ਦੇ ਥਰੂ ਮੰਗਾਉਂਦੇ ਹਾਂ, ਨੈੱਟ ਰਾਹੀਂ ਕਿੱਥੋਂ ਵੀ ਮੰਗਾਉਂਦੇ ਹਾਂ, ਪਰ ਘਰ ਦੇ ਭੰਡਾਰ ਮੁੱਕੇ ਹੀ ਰਹਿੰਦੇ ਨੇ। ਪਰ ਇਹ ਚੀਜ਼ ਹੀ ਵੇਖ ਕੇ ਅਸੀਂ ਪਰਮਾਤਮਾ ਨਾਲ ਜੁੜ ਜਾਈਏ। ਪਰਮਾਤਮਾ ਪਤਾ ਨਹੀਂ ਕਿਤਨੇ ਹੀ ਧਰਤੀ ਦੇ ਅੰਦਰ, ਤੂੰ ਅੱਜ ਤੱਕ ਹਵਾ ਹੀ ਨਹੀਂ ਮੁੱਕੀ। ਦੱਸੋ, ਹਵਾ ਜਿਹੜੀ ਲੈ ਰਹੇ ਹਾਂ ਆਕਸੀਜਨ, ਉਹ ਮੁੱਕੀ ਹੈ? ਅੱਜ ਉਹ ਆਕਸੀਜਨ ਦਾ ਸਵਿਚ ਆਫ ਕਰ ਦੇ, ਮੈਂ ਸਮਝਣਾ ਕੋਈ ਵੀ ਸਰੀਰ ਜ਼ਿਆਦਾ ਦਿਨ ਨਹੀਂ ਟਿਕ ਪਾਏਗਾ। ਜ਼ਿਆਦਾ ਦਿਨ ਕਿ ਜ਼ਿਆਦਾ ਸਮਾਂ ਨਹੀਂ ਟਿਕ ਪਾਏਗਾ। ਕਿਸੇ ਪਿੱਛੇ ਕੋਈ ਰਿਲੇਟਿਵ ਬਿਮਾਰ ਸੀ ਤੇ ਅਸੀਂ ਪਤਾ ਕਰਨ ਗਏ, ਜਾਂ ਛੁੱਟੀ ਹੋਈ, ਉਹਦਾ 3 ਲੱਖ ਦਾ ਬਿੱਲ ਸੀ। ਤੇ ਮੈਂ ਬਿੱਲ ਵੈਸੇ ਹੀ ਪੜ੍ਹ ਲਿਆ, ਮੈਂ ਕਿਹਾ ਦੇਖਾਂ ਕੀ ਹੈ। ਸਾਰੇ ਬਿੱਲ ਦੇ ਅੰਦਰ 27,000 ਰੁਪਇਆ ਉਹਨਾਂ ਨੇ ਆਕਸੀਜਨ ਦਾ ਲਾ ਰੱਖਿਆ ਸੀ। ਮੇਰੀ ਨਾ ਨਜ਼ਰਾਂ ਝੁਕ ਗਈਆਂ। ਮੈਂ ਕਿਹਾ ਹੇ ਪਰਮਾਤਮਾ, ਤੂੰ ਸਾਨੂੰ ਇਤਨੇ ਚਿਰ ਤੋਂ ਆਕਸੀਜਨ ਦੇ ਰਿਹਾ, ਤੂੰ ਤੇ ਕਦੀ ਬਿੱਲ ਲਿਆ ਕੇ ਨਹੀਂ ਸਾਡੇ ਅੱਗੇ ਰੱਖਿਆ। ਅਸੀਂ ਤੈਨੂੰ ਤੇ ਜ਼ਰੂਰ ਭਾਵੇਂ ਗਿਲੇ ਸ਼ਿਕਵੇ ਕਰਦੇ ਰਹੇ, ਜੇ ਤੇਰੀਆਂ ਦਾਤਾਂ ਨੂੰ ਅਸੀਂ ਵੇਖਣ ਲੱਗ ਪਈਏ ਤੇ ਅਸੀਂ ਤੇਰੀਆਂ ਦੇਣੀਆਂ ਦੇ ਨਹੀਂ ਸਕਦੇ। ਤੂੰ ਕਦੀ ਕਿਸੇ ਦੇ ਅੱਗੇ ਬਿੱਲ ਨਹੀਂ ਰੱਖਿਆ ਕਿ ਮੈਂ ਤੁਹਾਨੂੰ ਇੰਨੇ ਸਮੇਂ ਤੋਂ ਤੁਹਾਨੂੰ ਮੈਂ ਆਕਸੀਜਨ ਦੇ ਰਿਹਾ ਵਾਂ ਤੇ ਤੁਸੀਂ ਇੰਨੇ ਕਿਰਤ ਘਾਣੋ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੀਆਂ ਇੰਨੀਆਂ ਬਖਸ਼ਿਸ਼ਾਂ ਨੇ, ਲੋਹੇ ਹੀ ਨਹੀਂ ਮੁੱਕਣ ਤੇ ਆ ਰਿਹਾ ਹੈ। ਪੈਟਰੋਲ ਦੇਖ ਲਓ, ਹਰ ਕੰਟਰੀ ਨੂੰ ਉਹਨੇ ਉਸ ਹਿਸਾਬ ਦੇ ਨਾਲ ਉਹਦੀ ਜੀਵਿਕਾ ਅਨੁਸਾਰ ਉਹਨੂੰ ਉਹ ਦੇ ਦਿੱਤਾ। ਇਹ ਪਰਮਾਤਮਾ ਦੀ ਖੇਡ ਹੈ। ਕਿਉਂ? ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਬਣਾਈ, ਉਹ ਬਣਾ ਕੇ ਪਿੱਛੇ ਨਹੀਂ ਹਟਿਆ, ਉਹਦੇ ਵਿੱਚ ਆਪ ਸਮੋਇਆ ਹੋਇਆ ਹੈ। ਤੇ ਮਹਾਰਾਜ ਇਹੀ ਖਿਆਲ ਦੇ ਰਹੇ ਨੇ ਕਿ ਆਸਣ, ਲੋਏ ਭੰਡਾਰ, ਲੋਏ ਤੋਂ ਭਾਵ ਹਰ ਲੋਕ ਵਿੱਚ, ਐੜੇ ਨੂੰ ਸਿਹਾਰੀ ਹੈ। ਇਹਦਾ ਭਾਵ ਕਿ ਲੋਕ ਵਿੱਚ ਉਸ ਪਰਮਾਤਮਾ ਦਾ ਆਸਣ ਹੈ, ਜਿਹੜਾ ਟਿਕਾਣਾ ਹੈ। ਕੋਈ ਪੁੱਛੇ ਪਰਮਾਤਮਾ ਕਿੱਥੇ ਰਹਿੰਦਾ ਹੈ, ਤੇ ਅਸੀਂ ਸਿੱਧਾ ਜਵਾਬ ਦੇਣਾ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਉਹ ਹਰ ਲੋਕ ਵਿੱਚ ਰਹਿੰਦਾ ਹੈ, ਹਰ ਜ਼ਰੇ ਵਿੱਚ ਰਹਿੰਦਾ ਹੈ। ਉਹ ਪਰਮਾਤਮਾ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ। ਦੇਖੋ, ਕਈ ਵਾਰੀ ਅਸੀਂ ਕੀ ਹੁੰਦਾ ਹੈ, ਅਸੀਂ ਸੋਚਣਾ ਕਿ ਇੱਥੇ ਪਰਮਾਤਮਾ ਹੈ, ਉੱਥੇ ਪਰਮਾਤਮਾ ਨਹੀਂ। ਸੋਚੀਦਾ ਨਾ। ਇੱਕ ਵਾਰੀ ਕਬੀਰ ਸਾਹਿਬ ਦੇ ਮਨ ਵਿੱਚ ਇੱਕ ਸ਼ੰਕਾ ਆ ਗਈ, ਤੇ ਕਬੀਰ ਸਾਹਿਬ ਸੋਚਦੇ ਨੇ ਸਾਰੀ ਦੁਨੀਆ ਹੱਜ ਤੇ ਜਾ ਰਹੀ ਹੈ, ਮੈਂ ਵੀ ਹੱਜ ਤੇ ਚਲਾ ਜਾਵਾਂ। ਸਾਡੀ ਵੀ ਸੋਚ ਹੁੰਦੀ ਹੈ, ਮੈਨੂੰ ਖਿਮਾ ਕਰ ਦੇਣਾ ਜਿਹੜੀ ਮੈਂ ਗੱਲ ਕਹਿਣ ਲੱਗਾ, ਕਿ ਗੁਰਦੁਆਰੇ ਵਿੱਚ ਰੱਬ ਹੈ, ਚਲੋ ਮੈਂ ਗੁਰਦੁਆਰੇ ਜਾਣਾ ਜੀ, ਮੈਨੂੰ ਇੰਨਾ ਪਤਾ ਰੱਬ ਹੈ ਉੱਥੇ। ਜੇ ਗੁਰਦੁਆਰੇ ਵਿੱਚ ਰੱਬ ਹੈ ਤੇ ਤੇਰੇ ਘਰ ਵਿੱਚ ਕੌਣ ਹੈ? ਘਰ ਤੋਂ ਗੁਰਦੁਆਰੇ ਵਿੱਚ ਰਸਤੇ 'ਚ ਕੌਣ ਹੈ? ਇਹ ਸਿੱਖਾ ਜਦ ਤੇਰੇ ਮਨ ਵਿੱਚ, ਹਾਂ ਗੁਰਦੁਆਰੇ ਜਾਓ, ਮੈਂ ਇਸ ਗੱਲ ਤੋਂ ਨਹੀਂ ਕਹਿ ਰਿਹਾ, ਉਹ ਤੇ ਹਰ ਥਾਂ ਤੇ ਹੈ। ਜਲ ਮੈਂ ਥਲ ਮੈਂ ਪਲ ਹੀ ਪਲ ਮੈਂ, ਉਹ ਤੇ ਹਰ ਜਰੇ ਜ਼ਰੇ ਵਿੱਚ ਹੈ। ਜੈ ਜੈ ਦੇਖਾਂ ਤੈਂ ਹਜ਼ੂਰ ਦੂਰ ਕਤੂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ। ਕਬੀਰ ਸਾਹਿਬ ਦੇ ਮਨ ਵਿੱਚ ਇੱਕ ਵਾਰੀ ਸ਼ੰਕਾ ਆ ਗਿਆ ਜੀ, ਸਾਰੇ ਉਸ ਅੱਲਾ ਨੂੰ ਮਿਲਣ ਵਾਸਤੇ ਕਾਬੇ ਜਾ ਰਹੇ ਹਨ। ਕਬੀਰ ਸਾਹਿਬ ਨੇ ਵੀ ਆਪਣਾ ਸਮਾਨ ਤਿਆਰ ਕੀਤਾ, ਇਸ ਖਿਆਲ ਵਿੱਚ ਨਿਕਲ ਪਏ। ਭਗਤ ਸਨ। ਕਬੀਰ ਹਜ ਕਾਬੇ ਹੋ ਜਾਏ ਥਾਂ, ਕਹਿੰਦੇ ਨੇ ਮੈਂ ਹਜ ਕਾਬੇ ਵਾਸਤੇ ਨਿਕਲ ਪਿਆ, ਕਿਉਂਕਿ ਭੇਡ ਚਾਲ ਹੈ।
ਮੈਂ ਵੇਖ ਰਿਹਾ ਗੁਰਦੁਆਰਿਆਂ ਵਿੱਚ ਭੀੜ ਏ, ਮੰਦਰਾਂ ਵਿੱਚ ਭੀੜ ਏ, ਚਲੋ ਮੈਂ ਵੀ ਚੱਲਣਾ। ਪਰ ਕਈ ਤਾਂ ਆਪਣੇ ਦੁੱਖੜੇ ਲੈ ਕੇ ਜਾ ਰਹੇ ਨੇ, ਕਈ ਇਹ ਸੋਚ ਰਹੇ ਨੇ ਕਿ ਰੱਬ ਵਾਹਿਗੁਰੂ ਉੱਥੇ ਹੀ ਬੈਠਾ। ਕਹਿੰਦੇ ਨੇ ਮੈਂ ਖਿਆਲ 'ਚ ਮੈਂ ਵੀ ਨਿਕਲ ਪਿਆ ਕਿ ਮੈਂ ਵੀ ਅੱਲਾ ਨੂੰ ਮਿਲ ਆਵਾਂ। ਤੇ ਕਹਿੰਦੇ ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ। ਕਹਿੰਦੇ ਮੈਂ ਜਾ ਰਿਹਾ ਸੀ, ਰਸਤੇ 'ਚ ਹੀ ਖੁਦਾ ਮਿਲ ਗਿਆ। ਖੁਦਾ ਕਹਿੰਦਾ ਹੈ ਕਬੀਰ ਕਿੱਧਰ ਜਾ ਰਹੇ ਹੈ? ਕਬੀਰ ਕਹਿੰਦਾ ਪਤਾ ਨਹੀਂ ਤੁਹਾਨੂੰ, ਮੈਂ ਤੁਹਾਡੇ ਨੂੰ ਤੇ ਮਿਲਣ ਜਾ ਰਿਹਾ। ਤੇ ਜਿਹੜਾ ਅੱਲਾ ਸੀ ਨਾ, ਉਹ ਲੜ ਪਿਆ ਕਬੀਰ ਨਾਲ। ਕਬੀਰ ਤੇਰੇ ਵਰਗੇ ਬੰਦੇ ਆ ਰਹੇ ਨੇ, ਸਾਈਂ ਮੁਝ ਸਿਓ ਲੜ ਪੜਿਆ, ਤੁਝੇ ਕਿਨ ਫਰਮਾਈ ਗਾਏ। ਅੱਲਾ ਕਹਿੰਦਾ ਤੂੰ ਕਿੱਧਰ ਆ ਗਿਆ? ਇਹ ਭਲਿਆਂ ਲੋਕਾਂ ਨੂੰ ਤੇ ਪਤਾ ਨਹੀਂ ਹੈ, ਇਹ ਤੇ ਮੈਨੂੰ ਸਿਰਫ ਹਜ ਇੱਕ ਕਾਬੇ ਵਿੱਚ ਹੀ ਸਮਝਦੇ ਪਏ ਨੇ। ਕਬੀਰ ਤੈਨੂੰ ਤੇ ਪਤਾ ਹੈ, ਮੈਂ ਤੇ ਹਰ ਇੱਕ ਦੇ ਹਿਰਦਿਆਂ ਦੇ ਵਿੱਚ ਬੈਠਾ, ਘੱਟ ਘੱਟ ਮੈਂ ਹਰ ਜੂ ਬਸੇ। ਹੁਣ ਦੇਖੋ ਜੇ ਮੇਰੇ ਅੰਦਰ ਰੱਬ ਹੈ ਤੇ ਮੈਂ ਬਾਹਰ ਢੂੰਡ ਰਿਹਾ। ਗੁਰਦੁਆਰੇ ਜਾਓ, ਕਾਬੇ ਜਾਓ, ਮੰਦਰ ਜਾਓ, ਜਿਹਦੀ ਸ਼ਰਧਾ ਹੈ। ਸਾਨੂੰ ਗੁਰੂ ਸਾਹਿਬ ਨੇ ਗੁਰੂਦੁਆਰੇ ਕਿਹਾ, ਪਰ ਇੱਕ ਗੱਲ ਇਹ ਵੀ ਯਾਦ ਰੱਖੋ, ਉਹ ਗੁਰਦੁਆਰੇ ਅੰਦਰ ਹੀ ਨਹੀਂ ਹੈ, ਉਹ ਸਾਡੇ ਹਰ ਇੱਕ ਹਿਰਦਿਆਂ ਵਿੱਚ ਹੈ, ਹਰ ਜੀਵ ਜੰਤੂ ਵਿੱਚ ਹੈ। ਗੁਰਦੁਆਰੇ ਜਾਣ ਤੋਂ ਭਾਵ ਇਹ ਵੇ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ, ਉੱਥੇ ਸੀ ਇਹ ਗਿਆਨ ਦਾ ਕੇਂਦਰ ਹੈ, ਅਸੀਂ ਉੱਥੋਂ ਗਿਆਨ ਲੈਣਾ ਹੈ। ਇਹ ਜਿਹੜਾ ਹੁਣ ਤੁਸੀਂ ਕਰ ਰਹੇ ਹੋ ਇਹ ਵੀ ਧਰਮਸਾਲ ਹੈ, ਜਿੱਥੇ ਪਰਮਾਤਮਾ ਦੀ ਗੱਲ ਹੋ ਜਾਂਦੀ ਹੈ ਉਹ ਵੀ ਧਰਮਸਾਲ ਹੈ। ਪਰ ਸੋਚੋ ਕਿ ਇਹੀ ਜਗ੍ਹਾ ਤੇ ਨੇ, ਇਹ ਭੁਲੇਖਾ ਕੱਢ ਦੋ। ਤੇ ਕਬੀਰ ਸਾਹਿਬ ਦਾ ਭੁਲੇਖਾ ਕਿ ਤੂੰ ਆ ਗਿਆ ਲੜ ਪਿਆ, ਰੱਬ ਅੱਲਾ ਲੜ ਪਿਆ, ਤੂੰ ਮੈਨੂੰ ਮਿਲਣ ਆ ਰਿਹਾ, ਤੈਨੂੰ ਤੇ ਪਤਾ ਹੈ, ਵੈਸੇ ਆ ਜੀ ਸਦਕੇ ਆ 10 ਵਾਰੀ ਆ। ਪਰ ਇਹ ਸੋਚ ਕੇ ਆ ਰਹੇ ਕਿ ਸੀਸਗੰਜ ਸਾਹਿਬ, ਬੰਗਲਾ ਸਾਹਿਬ ਵੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਬੈਠੇ ਨੇ, ਗੁਰੂ ਤੇਗ ਬਹਾਦਰ ਬੈਠੇ ਨੇ, ਇਹ ਤੇਰੀ ਭੁੱਲ ਹੈ। ਮੈਂ ਤੇ ਜਿੱਥੇ ਕੋਈ ਸਿੱਖ ਯਾਦ ਕਰਦਾ ਹੈ, ਸਿੱਖ ਯਾਦ ਕਰਨ ਵਿੱਚ ਦੇਰੀ ਕਰ ਸਕਦਾ, ਮੇਰੇ ਆਉਣ ਵਿੱਚ ਦੇਰੀ ਨਹੀਂ ਹੁੰਦੀ। ਤੋ ਮਹਾਰਾਜ ਕੁਝ ਇਸ ਤਰ੍ਹਾਂ ਦਾ ਖਿਆਲ ਦਿੰਦੇ ਨੇ ਕਿ ਉਹਦੇ ਭੰਡਾਰ, ਉਹਦਾ ਟਿਕਾਣਾ ਹਰ ਜਗ੍ਹਾ ਤੇ ਹੈ। ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਰੱਬ ਨਾ ਹੋਵੇ। ਤੋ ਜੋ ਕਿਛ ਪਾਇਆ ਸੋ ਏਕਾ ਵਾਰ, ਇੱਕ ਵਾਰ ਹੀ ਪਰਮਾਤਮਾ ਨੇ ਸਭ ਕੁਝ ਪਾ ਕੇ ਤੇ ਫਿਰ ਉਸ ਸ੍ਰਿਸ਼ਟੀ ਦੇ ਵਿੱਚ ਆਪ ਹੀ ਸਮਾ ਗਿਆ। ਇੱਕ ਪਰਿਵਾਰ ਚੜਾਉਣਾ ਹੋਵੇ ਤੇ ਸਾਨੂੰ ਪਸੂੜੀ ਪਈ ਹੁੰਦੀ ਹੈ, ਤੇ ਪਰਮਾਤਮਾ ਲੱਖਾਂ ਕਰੋੜਾਂ ਪਰਿਵਾਰ ਚਲਾ ਰਿਹਾ ਹੈ, ਉਹਦੇ ਚਿਹਰੇ ਤੇ ਕਿਸੇ ਤਰ੍ਹਾਂ ਦਾ ਸ਼ਿਕਨ ਨਹੀਂ ਹੈ, ਬੇਪਰਵਾਹ ਹੈ। ਕਿਉਂ? ਕਿਉਂਕਿ ਉਹ ਉਸ ਪਕੜ ਤੋਂ ਬਾਹਰ ਹੈ। ਸਾਨੂੰ ਜੋ ਪਰਿਵਾਰ ਦਿੱਤਾ, ਘਰ-ਬਾਰ ਦਿੱਤਾ, ਅਸੀਂ ਉਹਦੇ ਵਿੱਚ ਪਕੜ ਕੇ ਰਹਿ ਗਏ, ਉਸ ਪਰਮਾਤਮਾ ਦੀਨ ਦਿਆਲ ਸਤਿਗੁਰੂ ਨੂੰ ਭੁੱਲ ਬੈਠੇ। ਤੋ ਮਹਾਰਾਜ ਕਹਿੰਦੇ ਨੇ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਸਿਰਜਣਹਾਰ ਹੁੰਦਾ ਜਿਹਨੇ ਸਿਰਜਿਆ ਹੋਵੇ। ਜਿਹੜੀ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਉਹਦਾ ਇੱਕ ਕੀਰਤਮ ਨਾਮ ਇਹ ਵੀ ਹੈ, ਕਿਉਂਕਿ ਉਹਦੇ ਨਾਮ ਬੜੇ ਨੇ, ਉਹਦੇ ਨਾਮ ਕੀਰਤਮ ਨਾਮ ਬਹੁਤ ਨੇ। ਤੋ ਮਹਾਰਾਜ ਕਹਿੰਦੇ ਨੇ ਉਹ ਸਿਰਜਣਹਾਰ ਹੈ, ਪਰਮਾਤਮਾ ਨੇ ਉਸ ਸ੍ਰਿਸ਼ਟੀ ਨੂੰ ਸਾਜਿਆ ਹੈ। ਕਰ ਕਰ ਵੇਖੈ, ਕਰ ਕਰ ਤੋਂ ਭਾਵ ਉਹ ਬਣਾ ਬਣਾ ਕੇ, ਵੇਖਣ ਤੋਂ ਭਾਵ ਫਿਰ ਉਹਦੀ ਸੰਭਾਲ ਕਰ ਰਿਹਾ ਹੈ। ਦੇਖੋ ਤੁਸੀਂ ਬੱਚੇ, ਜਿਨ੍ਹਾਂ ਨੇ ਬੱਚੇ ਹੋਏ ਨੇ, ਤੁਸੀਂ ਹਰ ਜਗ੍ਹਾ ਉਹਦੀ ਸੰਭਾਲ ਨਹੀਂ ਕਰ ਸਕਦੇ। ਕੋਈ ਤੁਹਾਡਾ ਬੱਚਾ ਤੁਹਾਡੇ ਤੋਂ ਬਹੁਤ ਦੂਰ 7 ਸਮੁੰਦਰ ਪਾਰ ਚਲਾ ਗਿਆ, ਦੂਜੀ ਕੰਟਰੀਆਂ 'ਚ ਚਲਾ ਗਿਆ, ਠੀਕ ਹੈ, ਤੁਸੀਂ ਫੋਨ 'ਤੇ ਗੱਲ ਕਰ ਸਕਦੇ ਹੋ, ਪਰ ਤੁਸੀਂ ਉਹਨੂੰ ਹਰ ਵੇਲੇ ਉਹਦੀ ਇਸ ਤਰ੍ਹਾਂ ਕੋ ਪਾਲ ਪੋਸ਼ਣ ਨਹੀਂ ਕਰ ਸਕਦੇ। ਪਰ ਪਰਮਾਤਮਾ ਇਸ ਤਰ੍ਹਾਂ ਦਾ ਪਿਓ ਨਹੀਂ ਹੈ, ਉਹ ਸਦਾ ਤੁਹਾਡੇ ਨਾਲ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਉਹ ਕਰ ਕਰ ਵੇਖੇ, ਉਹ ਸਾਰੀ ਸ੍ਰਿਸ਼ਟੀ ਨੂੰ ਬਣਾ ਬਣਾ ਕੇ ਫਿਰ ਉਹਨਾਂ ਦੀ ਸੰਭਾਲ ਵੀ ਕਰ ਰਿਹਾ ਹੈ। ਤਾਂ ਹੀ ਉਹਨੂੰ ਕਰਤਾ ਪੁਰਖ ਕਿਹਾ ਹੈ। ਪੁਰਖ ਹੁੰਦਾ ਸਮਾਇਆ ਹੋਇਆ, ਵਿੱਚ ਮਿਲਿਆ ਹੋਇਆ। ਮੈਂ ਅਕਸਰ ਬੇਨਤੀ ਕਰਨਾ,
ਤੁਸੀਂ ਬੈੱਡ ਲੈ ਕੇ ਆਏ, ਜਿਸ ਕਾਰੀਗਰ ਨੇ ਬੈੱਡ ਬਣਾਇਆ ਉਹ ਕਰਤਾ ਸੀ ਤੇ ਕਿਰਤ ਤੋਂ ਪਾਸੇ ਹੋ ਗਿਆ। ਤੁਸੀਂ ਪੈਸੇ ਦਿੱਤੇ, ਉਸ ਕਰਤੇ ਨੂੰ ਹੀ ਨਹੀਂ ਪਤਾ ਕਿ ਜਿਹੜੀ ਚੀਜ਼ ਬਣਾਈ ਉਹ ਕਿੱਥੇ ਵੇ, ਕਿਉਂਕਿ ਲਿੰਕ ਟੁੱਟ ਗਿਆ। ਉਹ ਪੈਸਾ ਲਿਆ, ਉਹ ਪਾਸੇ ਹੋ ਗਿਆ। ਫਰਿੱਜ ਲਿਆਏ, ਜਿਹਨੇ ਬਣਾਇਆ ਉਹ ਪੈਸੇ ਲਿਆ, ਉਹਨੂੰ ਨਹੀਂ ਪਤਾ ਫਰਿੱਜ ਕਿੱਥੇ ਤੇ ਮਾਲਕ ਕਿੱਥੇ। ਫਰਿੱਜ ਨੂੰ ਮਾਲਕ ਦਾ ਨਹੀਂ ਪਤਾ, ਮਾਲਕ ਨੂੰ ਫਰਿੱਜ ਦਾ ਨਹੀਂ ਪਤਾ। ਜਿਸ ਸੋਫੇ ਤੇ ਮੈਂ ਬੈਠਾ, ਕਿੰਨੇ ਬਣਾਇਆ ਮੈਨੂੰ ਨਹੀਂ ਪਤਾ, ਜਿਹਨੇ ਬਣਾਇਆ ਉਹਨੂੰ ਨਹੀਂ ਪਤਾ ਕਿੱਥੇ ਵੇ। ਤੇ ਜੇ ਪਤਾ ਵੀ ਹੋਵੇ ਤੇ ਨਾ ਇਹ ਉਹ ਸੰਪਰਕ ਵਿੱਚ ਹੈ, ਨਾ ਉਹਦੇ ਸੰਪਰਕ ਵਿੱਚ ਹੈ। ਪਰ ਪਰਮਾਤਮਾ ਐਸਾ ਨਹੀਂ ਹੈ। ਉਹ ਕਰ ਕਰ ਵੇਖਿਆ, ਉਹ ਬਣਾ ਕੇ ਫਿਰ ਜੀਵਾਂ ਨੂੰ ਵੇਖਦਾ ਵੀ ਹੈ, ਸੰਭਾਲ ਵੀ ਕਰਦਾ ਹੈ। ਜੇ ਉਹ ਸੰਭਾਲ ਨਾ ਕਰੇ, ਮੈਂ ਬੋਲ ਨਾ ਪਾਵਾਂ, ਤੁਸੀਂ ਸੁਣ ਨਾ ਪਾਵੋ, ਇਹ ਗੱਲ ਵੱਖਰੀ ਹੈ। ਕਿ ਅਸੀਂ ਪਿਓ ਦੀ ਗੱਲ ਨਾ ਸੁਣੀਏ ਤੇ ਫਿਰ ਪਿਓ ਦਾ ਕਸੂਰ ਨਹੀਂ। ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੇਂ ਚੂਕ। ਸਤਿਗੁਰੂ ਕੀ ਕਰੇ ਸੱਚਾ ਸਾਹਿਬ, ਜੇ ਸਿੱਖਾਂ ਦੇ ਅੰਦਰ ਹੀ ਕੋਈ ਉਣਤਿਆਈ ਹੋਏ, ਕੋਈ ਕਮੀ ਹੋਵੇ। ਪਰਮਾਤਮਾ ਵਿੱਚ ਕੋਈ ਕਮੀ ਨਹੀਂ। ਉਹਨੂੰ ਤੂੰ ਜਦੋਂ ਯਾਦ ਕਰ, ਉਹ ਤੇ ਹੱਥ ਪੈ ਨੇੜੇ। ਸਾਡਾ ਹੱਥ ਵੀ ਕਿੱਥੇ ਮੂੰਹ ਤੇ ਕੋਈ ਚੀਜ਼ ਲੱਗ ਜਾਏ, ਅੱਖ ਤੇ ਕੋਈ ਪੈ ਜਾਏ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਜਾਂਦੀ? ਹੱਥ ਜਾਂਦਾ ਨਾ। ਅੱਖ ਤੇ ਕੁਝ ਪਿਆ ਸੀ, ਇੱਕਦਮ ਹੱਥ ਜਾਂਦਾ ਨਾ। ਉਹ ਹੱਥ ਤੋਂ ਵੀ ਨੇੜੇ ਹੈ, ਉਹ ਦੂਰ ਨਹੀਂ ਹੈ। ਇਹ ਮਨ ਮਤ ਜਾਣੋ ਹਰ ਦੂਰ ਹੈ, ਵੇਖ ਸਦਾ ਹਜੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਉਹ ਸ਼ਬਦ ਦੇ ਵਿੱਚ ਹੈ, ਉਹ ਦੂਰ ਨਹੀਂ ਹੈ। ਮਤ ਜਾਣੋ ਹਰ ਦੂਰ ਹੈ। ਕੋਈ ਮਤ ਜਾਣੋ ਕਿ ਪਰਮਾਤਮਾ ਦੂਰ ਹੈ, ਪਰਮਾਤਮਾ ਬਹੁਤ ਨੇੜੇ ਹੈ। ਉਹ ਤੇ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਉਹ ਵੇਖ, ਇਹ ਨਹੀਂ ਸ੍ਰਿਸ਼ਟੀ ਸਾਜ ਕੇ ਤੇ ਬਿਲਕੁਲ ਵੱਖ ਹੋ ਗਿਆ। ਅੱਜ ਵੀ ਤੁਸੀਂ ਦਿਲ ਦਾ ਦੁਖੜਾ ਉਸ ਪਰਮਾਤਮਾ ਦੇ ਅੱਗੇ ਰੱਖੋ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਉਹ ਤੁਹਾਡੀ ਉਸ ਦੁਖੜੇ ਨੂੰ ਵੀ ਸੁਣੇਗਾ। ਇਸ ਕਰਕੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਕਰ ਕਰ ਵੇਖੈ। ਉਹ ਕਰ ਕਰਕੇ ਸ੍ਰਿਸ਼ਟੀ ਨੂੰ ਬਣਾ ਬਣਾ ਕੇ, ਜੀਵਾਂ ਨੂੰ ਬਣਾ ਬਣਾ ਕੇ ਉਹਦੀ ਸੰਭਾਲ ਵੀ ਕਰ ਰਿਹਾ। ਕੌਣ? ਸਿਰਜਣਹਾਰ, ਜਿਹਨੇ ਸਿਰਜੀ ਹੈ, ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਫਿਰ ਇਹਦੇ ਵਿੱਚ ਦੂਆ ਤੀਆ ਕਿੱਥੋਂ ਆ ਗਿਆ? ਫਿਰ ਜਿਹੜੇ ਲੋਕ ਨੇ, ਅਸੀਂ ਉਹਨਾਂ ਦੀ ਪੂਜਾ ਕਿਉਂ ਕਰਨ ਲੱਗ ਪਏ? ਅਸੀਂ ਪੱਥਰਾਂ ਦੀ ਪੂਜਾ ਕਿਉਂ ਕਰਨ ਲੱਗ ਪਏ? ਅਸੀਂ ਛਿੱਲੇ ਕਿਉਂ ਕੱਟਣ ਲੱਗ ਪਏ? ਅਸੀਂ ਪਖੰਡ ਕਿਉਂ ਕਰਨ ਲੱਗ ਪਏ? ਜੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਸਿੱਧੇ ਤਰੀਕੇ ਨਾਲ ਸਮਝਾ ਰਹੇ ਨੇ ਕਿ ਉਹ ਪਰਮਾਤਮਾ ਇੱਕ ਹੈ ਭਾਈ ਸਾਹਿਬ, ਮੇਰਾ ਏਕੋ ਹੈ ਭਾਈ, ਏਕੋ ਹੈ। ਦੁਬਾਰਾ ਵੀ ਰਿਪੀਟ ਕਰਕੇ ਮਾਰੇ ਕਹਿ ਰਹੇ ਨੇ। ਕਿਉਂ ਕਹਿ ਰਹੇ ਨੇ? ਕੋਈ ਗੱਲ ਹੁੰਦੀ ਹੈ ਨਾ, ਅਸੀਂ ਕਹਿੰਦੇ ਬੱਚਿਆ ਯਾਦ ਰੱਖੀ, ਤੂੰ ਨਹੀਂ ਸੁਣਦਾ, ਮੈਂ ਫੇਰ ਕਹਿ ਰਿਹਾ ਯਾਦ ਰੱਖੀ, ਕਹੀਦਾ ਨਾ। ਤੇ ਗੁਰੂ ਸਾਹਿਬ ਹੀ ਕਹਿ ਰਹੇ ਨੇ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ। ਦੋ ਵਾਰੀ ਤਵੱਜੋ ਦੇ ਕੇ ਕਹਿ ਰਹੇ ਨੇ। ਕਿਸੇ ਗੱਲ ਨੂੰ ਜ਼ੋਰ ਦੇਣਾ ਹੋਵੇ ਨਾ, ਕਿਉਂਕਿ ਜਿਹੜੀ ਬੰਦਾ ਨਾ ਸਮਝੇ ਤੇ ਉਹਨੂੰ ਉੱਚਾ ਬੋਲ ਕੇ ਵੀ ਕਹਿਣਾ ਪੈਂਦਾ ਹੈ। ਬੱਚਿਆ ਜੇ ਹੁਣ ਤੂੰ ਕੀਤਾ ਨਾ, ਕਹਿੰਦੇ ਆ ਨਾ, ਜੇ ਇਸ ਵਾਰੀ ਗਲਤੀ ਹੋਈ ਨਾ, ਕਿਉਂ? ਕਿਉਂਕਿ ਉਸ ਗੱਲ ਨੂੰ ਪਰਮਾਤਮਾ ਨੇ ਸਾਨੂੰ ਇਸ ਤਰ੍ਹਾਂ ਕਿਹਾ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰੱਬ ਇੱਕ ਜੇ, ਉਹਦੇ ਪੁਜਾਰੀ ਬਣੋ, ਉਹਦੀ ਉਪਾਸਨਾ ਕਰੋ, ਉਹਦੀ ਭਗਤੀ ਕਰੋ, ਉਹਦੇ ਸੇਵਕ ਬਣੋ, ਕਿਸੇ ਬੰਦੇ ਦੇ ਨਾ ਬਣੋ। ਸਤਿਕਾਰ ਕਰੋ ਬੰਦਿਆਂ ਦਾ, ਕਿਸੇ ਬੰਦੇ ਦਾ ਇਹ ਨਹੀਂ ਕਿ ਸਾਡੇ ਮਹਾਂਪੁਰਖ ਸਨ, ਸਾਡੇ ਸੰਤ ਸਨ, ਤੇ ਜੇ ਮਹਾਂਪੁਰਖ ਉਹ ਸਨ ਤੇ ਫਿਰ ਰੱਬ ਕਿਹੜਾ ਮਹਾਂਪੁਰਖ ਹੈ? ਸਭ ਤੋਂ ਵੱਡਾ ਮਹਾਂਪੁਰਖ ਉਹ ਪਰਮਾਤਮਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਕਰ ਕਰ ਵੇਖੇ ਸਿਰਜਣਹਾਰ। ਉਹ ਪਰਮਾਤਮਾ ਸਭ ਨੂੰ ਸਾਜ ਕੇ, ਬਣਾ ਕੇ ਉਹਦੀ ਸਭ ਦੀ ਸੰਭਾਲ ਵੀ ਕਰ ਰਿਹਾ। ਕੌਣ? ਸਿਰਜਣਹਾਰ। ਨਾਨਕ ਰੁਕ ਕੇ, ਨਾਨਕ ਹੁਣ ਇੱਕ ਕਵੀ ਛਾਪ ਆਪਣੀ ਮੋਹਰ ਲਾ ਰਹੇ ਹਨ, ਜਿਸ ਦੀ ਬਾਣੀ ਹੈ। ਕਿਉਂਕਿ ਇੱਕ ਸਿਸਟਮ ਹੈ ਕਿ ਜਦੋਂ ਕੋਈ ਵੀ ਕਵੀ ਕਹਿ ਲਓ, ਕੋਈ ਵੀ ਰਚਨਾਕਾਰ ਕਹਿ ਲਓ, ਕੋਈ ਫਿਲਾਸਫਰ ਕਹਿ ਲਓ, ਕੋਈ ਗੁਰੂ ਕਹਿ ਲਓ, ਪੀਰ ਕਹਿ ਲਓ, ਆਪਣੀ ਗੱਲ ਨੂੰ, ਆਪਣੀ ਕਵਿਤਾ ਨੂੰ, ਆਪਣੇ ਕਾਵਿ ਰਚਨਾ ਨੂੰ ਅਗਰ ਕਿਸੇ ਗੱਲ ਨੂੰ ਕਹਿੰਦਾ ਹੈ ਤੇ ਆਪਣੀ ਮੋਹਰ ਲਾਉਂਦਾ ਹੈ। ਤੇ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਨਾਨਕ ਸੱਚੇ ਕੀ ਸਾਚੀ ਕਾਰ। ਸੱਚਾ ਕੌਣ? ਹੁਣੇ ਪੜ੍ਹਿਆ, ਉਹ ਪਰਮਾਤਮਾ। ਆਦਿ ਸੱਚ
ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਰਮਾਤਮਾ ਸੱਚਾ ਹੈ ਤੇ ਉਹਦੀ ਜਿਹੜੀ ਕਾਰ ਹੈ, ਜਿਹੜੀ ਸੰਭਾਲਣ ਦੀ ਕਿਰਿਆ ਹੈ, ਜਿਹੜੀ ਇਸ ਤਰ੍ਹਾਂ ਕਹਿ ਲਓ, ਜੋ ਇਹ ਕੰਮ ਕਰਕੇ ਸ੍ਰਿਸ਼ਟੀ ਪੈਦਾ ਕਰਕੇ ਜੋ ਸੰਭਾਲ ਰਿਹਾ ਹੈ, ਕਾਰ ਉਹ ਨਹੀਂ ਕਿ 4 ਪਹੀਆਂ ਵਾਲੀ ਕਾਰ ਤੁਸੀਂ ਸਮਝ ਰਹੇ ਹੋ, ਉਹ ਕਾਰ ਨਹੀਂ। ਮਹਾਰਾਜ ਕਹਿੰਦੇ ਨਾਨਕ ਰੁਕ ਕੇ, ਨਾਨਕ ਸੱਚੇ ਕੀ ਸਾਚੀ ਕਾਰ। ਉਹਦੀ ਜਿਹੜੀ ਇਹ ਕਾਰ ਹੈ ਨਾ ਸੰਭਾਲਣ ਦੀ ਕਿਰਿਆ, ਉਹ ਵੀ ਸੱਚੀ ਜੇ, ਉਹ ਵੀ ਹਮੇਸ਼ਾ ਰਹਿਣ ਵਾਲੀ ਜੇ। ਤੁਸੀਂ ਮਤ ਸੋਚਿਓ ਤੁਸੀਂ ਮਾੜੇ ਕੰਮ ਕਰ ਰਹੇ ਹੋ ਤੇ ਤੁਹਾਨੂੰ ਰੋਜੀ ਰਿਜਕ ਨਹੀਂ ਦੇਗਾ, ਉਹ ਦੇਗਾ, ਸਭ ਨੂੰ ਦੇਗਾ। ਹੁਣੇ ਪੜ੍ਹਦੇ ਆ ਨਾ ਸੋਦਰ ਵਿੱਚ, ਸਿਰ ਸਿਕ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਕੋ ਕਰਿਆ। ਫਿਰ ਮਹਾਰਾਜ ਉਦਾਹਰਨ ਵੀ ਦੇ ਰਹੇ ਨੇ, ਊਡੇ ਉਡਾਵੇ ਸਹਿ ਕੋਸਾ ਤੀ ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ। ਇੱਕ ਪੰਛੀ ਦੀ ਕੁੰਜ ਦੀ ਉਦਾਹਰਨ ਦੇ ਕੇ, ਜਿਹੜੀ ਆਸਟ੍ਰੇਲੀਆ ਉਹ ਜਿਹੇ ਸ਼ਹਿਰ ਦੇਸ਼ਾਂ ਵਿੱਚ ਰਹਿੰਦੀ ਹੈ, -ਡਿਗਰੀ ਟੈਂਪਰੇਚਰ ਹੋ ਜਾਂਦਾ ਹੈ, ਅਤੇ ਉਹਨੇ ਬੱਚੇ ਅੰਡੇ ਹੁੰਦੇ ਨੇ ਜਿਹੜੇ, ਉਹ ਹੁਣ ਛੋੜਨਾ ਨਹੀਂ ਚਾਹੁੰਦੀ, ਪਰ ਉਹਨਾਂ ਨੂੰ ਨਾ ਛੁਪਾ ਕੇ ਅਤੇ ਆਪ ਇਹ ਏਸ਼ੀਆ ਕੰਟਰੀ ਵਿੱਚ ਆ ਜਾਂਦੀਆਂ ਨੇ, ਏਸ਼ੀਅਨ ਕੰਟਰੀਆਂ ਵਿੱਚ, ਜਿਸ ਤਰ੍ਹਾਂ ਪਾਕਿਸਤਾਨ, ਭਾਰਤ, ਇੱਧਰ ਉੱਧਰ ਆ ਜਾਂਦੀਆਂ ਨੇ। ਤੁਸੀਂ ਦੇਖੋ ਕੁੰਜ ਆਉਂਦੀਆਂ ਨੇ ਜਦੋਂ ਉਧਰ ਠੰਡ ਬੜੀ ਪੈ ਰਹੀ ਹੁੰਦੀ ਹੈ, ਅਤੇ ਮਾਲਦੀਵ ਐਸੀਆਂ ਕੰਟਰੀਆਂ ਵਿੱਚ ਆ ਜਾਂਦੀ ਹੈ। ਪਰ ਜਦੋਂ ਉਸ ਕੁਝ ਵੀ ਖਾਂਦੀ ਹੈ ਮੂੰਹ ਦੇ ਵਿੱਚ, ਅਤੇ ਉਸ ਬੱਚੇ ਦਾ ਧਿਆਨ ਰੱਖਦੀ ਹੈ ਕਿ ਮੈਂ ਬੱਚਿਆਂ ਨੂੰ, ਆਪਣਿਆਂ ਨੂੰ, ਅੰਡਿਆਂ ਨੂੰ ਉੱਥੇ ਰੱਖ ਆਈ ਹਾਂ, ਕਿ ਮਾਂ ਦਾ ਪਿਆਰ ਹੈ ਬੱਚੇ ਦੇ ਨਾਲ। ਮਹਾਰਾਜ ਕਹਿੰਦੇ ਨੇ ਸਿਰ ਸਿਰ ਇੱਜ਼ਤ ਸਬਾਏ ਠਾਕੁਰ ਕਾਹੇ ਮਨ ਪੋ ਕਰਿਆ, ਊਡੇ ਊੜ ਆਵੇ ਸਹਿ ਕੋਸਾ। ਕਈ ਕੋਸਾਂ ਤੋਂ ਚੱਲ ਕੇ ਉੱਡ ਕੇ ਪੰਛੀ ਆਉਂਦੀ ਏ, ਊਡੇ ਉਡਾਵੇ ਸਹਿ ਕੋਸਾ ਤੇ ਪਾਛੇ ਬੱਚੇ ਛਰਿਆ, ਪਿੱਛੇ ਬੱਚੇ ਛੱਡ ਕੇ ਆਈਏ, ਤਿੰਨ ਕਵਣ ਖਲਾਵੇ। ਹੁਣ ਕੌਣ ਤਿੰਨ ਕਵਣ ਚੁਗਾਵੇ, ਕੌਣ ਨੂੰ ਚੋਗਾ ਦੇ ਰਿਹਾ ਹੋਣਾ, ਕੌਣ ਖਿਲਾ ਰਿਹਾ ਹੋਏਗਾ? ਉਹ ਕਹਿੰਦੇ ਨੇ ਮਨ ਮੇ ਸਿਮਰਨ ਕਰਿਆ। ਜਦੋਂ ਉਹ ਕੁੰਜ ਉਹਨਾਂ ਦੀ ਮਾਂ ਮੁਖ 'ਤੇ ਪਾਉਂਦੀ ਹੈ, ਧਿਆਨ ਰੱਖਦੀ ਹੈ ਮੇਰੇ ਬੱਚੇ ਭੁੱਖੇ ਨਾ ਹੋਣ, ਅਤੇ ਉਹ ਮਹਾਰਾਜ ਕਹਿੰਦੇ ਨੇ ਉਹਦੀ ਯਾਦ ਕਰਕੇ ਉਸ ਬੱਚਿਆਂ ਨੂੰ ਉਸ ਦੀ ਖੁਰਾਕ ਮਿਲ ਜਾਂਦੀ ਹੈ। ਦੇਖੋ ਪਰਮਾਤਮਾ ਨੇ ਸੰਭਾਲਣ ਦਾ ਕਿੰਨੀ ਅੱਛੀ ਤਰੀਕੇ ਨਾਲ ਸਭ ਦਾ ਸਿਸਟਮ ਬਣਾ ਰੱਖਿਆ ਹੈ। ਭੁੱਖਾ ਜ਼ਰੂਰ ਅਸੀਂ ਉੱਠਨੇ ਹਾਂ, ਪਰ ਭੁੱਖੇ ਸੌਂਦੇ ਨਹੀਂ ਹਾਂ। ਇਹ ਸਾਡੀ ਬਦਕਿਸਮਤੀ ਹੈ। ਅਸੀਂ ਦੂਜੇ ਪਦਾਰਥ ਖਾ ਕੇ ਡਾਕਟਰ ਵੱਲੋਂ ਜੋ ਮਨਾਹੀ ਹੋ ਜਾਏ ਉਹ ਗੱਲ ਵੱਖਰੀ, ਉਹ ਸਾਡੀਆਂ ਹੀ ਕਮਜ਼ੋਰੀਆਂ ਨੇ। ਪਹਿਲਾਂ ਸਵਾਦ ਲੈ ਲੈ। ਸਾਨੂੰ ਸਿਆਣੇ ਕਹਿੰਦੇ ਸਨ, ਵੱਡੇ ਵਡੇਰੇ ਕਹਿੰਦੇ, ਬੱਚਿਆ ਥੋੜ੍ਹਾ ਅਤੇ ਸੋਹਣਾ ਖਾ, ਧਿਆਨ ਰੱਖਣਾ, ਥੋੜ੍ਹਾ ਅਤੇ ਸੋਹਣਾ ਖਾ ਅਤੇ ਲੰਬਾ ਖਾਏਗਾ, ਅਤੇ ਜੇ ਮਾੜਾ ਖਾਏਗਾ, ਚਟਪਟਾ ਖਾਏਗਾ, ਅਤੇ ਫਿਰ ਇੱਕ ਸਮਾਂ ਆਏਗਾ ਬਿਲਕੁਲ ਹੀ ਬੰਦ ਹੋ ਜਾਏਗਾ। ਹੁੰਦਾ ਇਹੀ ਪਿਆ ਹੈ। ਜਿਹੜੇ ਜ਼ਿਆਦਾ ਸਵਾਦ ਲਾ ਲਾ ਕੇ ਖਾਂਦੇ ਨੇ ਨਾ, ਫਿਰ ਡਾਕਟਰ ਇੱਕ ਦਿਨ ਆਉਂਦਾ, ਜੀ ਇਹ ਵੀ ਬੰਦ ਹੀ, ਮਿੱਠਾ ਵੀ ਬੰਦ ਹੈ, ਲੂਣਾ ਵੀ ਬੰਦ ਹੈ, ਖੱਟਾ ਵੀ ਬੰਦ ਹੈ, ਤਲਿਆ ਵੀ ਬੰਦ ਹੈ। ਅਤੇ ਜਿਹੜੇ ਲਿਮਟਿਡ ਖਾਂਦੇ ਨੇ, ਜਿਹੜੇ ਖਾਲੀ ਸਵਾਦ ਲਾ ਕੇ ਨਹੀਂ ਖਾਂਦੇ, ਜਿਹੜੇ ਖਾਲੀ ਜੀਣ ਵਾਸਤੇ ਖਾਂਦੇ ਨੇ, ਉਹ ਫਿਰ ਦੇਰ ਤੱਕ ਖਾਂਦੇ ਨੇ। ਤਾਂ ਇਹ ਵੀ ਇੱਕ ਵਿਧੀ ਹੈ। ਅਲਬ ਸਹਾਰ ਸੁਲਭ ਸੇ ਨਿੰਦਰਾ। ਆਹਾਰ ਦੇ ਅੰਦਰ ਵੀ ਤੇਰੇ ਅੰਦਰ ਜਿੰਨੇ ਚਟਪਟੇ ਸਵਾਦ ਖਾਏਗਾ, ਉਹ ਵਿਕਾਰਾਂ ਨੂੰ ਜਨਮ ਦੇਗਾ। ਤਾਂ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਕਾਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਉਸ ਪਰਮਾਤਮਾ ਦੇ ਸੱਚੇ ਦੀ ਸੱਚੀ ਕਾਰ ਹੈ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਨੇ, ਫਿਰ ਸਾਡਾ ਕੀ ਬਣਦਾ ਕੰਮ? ਕਿਸੇ ਬੰਦੇ ਅੱਗੇ ਸੀਸ ਝੁਕਾਈਏ? ਨਹੀਂ, ਮਹਾਰਾਜ ਕਹਿੰਦੇ ਨਹੀਂ। ਇਤਨੀਆਂ ਗੱਲਾਂ ਸੁਣ ਕੇ ਜੇ ਸਾਰਾ ਕੁਛ ਹੀ ਪਰਮਾਤਮਾ ਕਰ ਰਿਹਾ, ਤੇ ਫਿਰ ਸਾਡਾ ਕੀ ਫਰਜ਼ ਬਣਦਾ ਹੈ? ਆਦੇ ਤਿਸੈ ਆਦੇਸ। ਉਸ ਪਰਮਾਤਮਾ ਅੱਗੇ ਨਿਵੋ, ਉਹਨੂੰ ਨਮਸਕਾਰ ਕਰੋ। ਹੇ ਪਰਮਾਤਮਾ, ਆਦੇਸ, ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਸਾਰਿਆਂ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜੇ ਤੂੰ ਹੈ, ਤੇ ਮੈਨੂੰ ਕਿਸੇ ਦੇਵੀ ਦੇਵਤੇ ਅੱਗੇ ਕਿਉਂ ਸੀਸ ਝੁਕਾਵਾਂ? ਜੇ ਮੈਨੂੰ ਕੋਈ ਪ੍ਰਾਈਮ ਮਿਨਿਸਟਰ ਹੀ ਜਾਣਦਾ ਹੈ, ਤੇ ਮੈਂ ਫਿਰ ਕਿਉਂ ਨੀਚੇ ਕੈਬਨਿਟ ਵਿੱਚ ਜਾ ਕੇ ਕਿਸੇ ਨੂੰ ਗੱਲ ਕਰਾਂ? ਜੇ ਮੈਨੂੰ ਰੱਬ ਵਰਗਾ ਮਿਨਿਸਟਰ ਜਾਣਦਾ ਹੀ ਹੈ, ਤੇ ਮੈਨੂੰ ਉਹਦੀ ਸਾਰੀ ਅਹਿਮੀਅਤ ਦਾ ਪਤਾ ਲੱਗ ਗਿਆ, ਤੇ ਮਹਾਰਾਜ ਕਹਿੰਦੇ ਫਿਰ ਆਦੇ ਤਿਸੈ ਆਦੇਸ, ਉਸ ਨੂੰ ਨਮਸਕਾਰ ਕਰੋ ਜਿਹੜਾ ਆਦ ਮੁੱਢ ਤੋਂ ਹੈ, ਅਨੀਲ ਨਾਸ਼ ਤੋਂ ਰਹਿਤ ਹੈ, ਕਲੰਕ ਤੋਂ ਰਹਿਤ ਹੈ, ਅਨਾਦ ਜਿਹਦਾ ਅਦ ਅਨ ਆਦ, ਜਿਹਦਾ ਕੋਈ ਮੁੱਢ ਹੀ ਨਹੀਂ ਹੈ। ਕੋਈ ਇਹ ਨਹੀਂ ਦੱਸ ਸਕਦਾ ਪਰਮਾਤਮਾ ਮੁੱਢ ਕਦੋਂ ਸੀ। ਅਰਬਦ ਨਰਬਦ ਧੰਦੂ ਘਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਣ ਸਮਾ ਲਗਾ ਜਾਂਦਾ। ਉਹ ਸੁਣ ਅਵਸਥਾ ਵਿੱਚ ਸੀ, ਪਤਾ ਨਹੀਂ ਕਦ ਤੋਂ ਮੁੱਢ ਦੀ, ਕੋਈ ਮੁੱਢ ਦਾ ਹੀ ਨਹੀਂ ਪਤਾ।
ਅਨਾਹਤ, ਉਹ ਨਾਸ਼ ਤੋਂ ਵੀ ਰਹਿਤ ਹੈ। ਤੇ ਮਹਾਰਾਜ ਕਹਿੰਦੇ ਜੁਗ ਜੁਗ ਏਕੋ ਵੇਸ, ਹਰ ਯੁਗਾਂ ਦੇ ਅੰਦਰ ਉਹਦਾ ਇੱਕੋ ਵੇਸ ਹੈ। ਇਹ ਨਹੀਂ ਕਿ ਇਸ ਯੁੱਗ 'ਚ ਫਰਕ ਹੈ, ਉਹ ਇੱਕੋ ਜਿਹਾ ਹੀ ਉਹਦਾ ਵੇਸ ਹੈ। ਤਾਂ ਮਹਾਰਾਜ ਸਾਨੂੰ ਇਹੀ ਗੱਲ ਸਮਝਾ ਰਹੇ ਨੇ ਇਸ ਪੌੜੀ ਦੇ ਅੰਦਰ ਕਿ ਹੇ ਦੁਨੀਆ ਦੇ ਲੋਕੋ, ਉਸ ਪਰਮਾਤਮਾ ਦਾ ਜਿਹੜਾ ਟਿਕਾਣਾ ਹੈ ਉਹ ਹਰ ਲੋਕ ਵਿੱਚ ਹੈ, ਔਰ ਉਹ ਫਿਰ ਜੀਵਾਂ ਨੂੰ ਪੈਦਾ ਕਰਕੇ ਉਹਦੀ ਸੰਭਾਲ ਕਰ ਰਿਹਾ ਹੈ। ਉਹੀ ਇਹ ਸੰਭਾਲ ਦੀ ਵੀ ਉਹਦੀ ਸੱਚੀ ਕਿਰਿਆ ਹੈ। ਇਸ ਕਰਕੇ ਉਸ ਨੂੰ ਨਮਸਕਾਰ ਕਰੋ ਜਿਹੜਾ ਸਦੀਵ ਰਹਿਣਾ ਹੈ। ਅਸੀਂ ਤੁਸੀਂ ਸਭ ਨੇ ਟੁਰ ਜਾਣਾ ਹੈ, ਪਰ ਜਿਹੜਾ ਪਰਮਾਤਮਾ ਦਾ ਨਾਮ ਜਪੇਗਾ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਗਲਤੀਆਂ ਦਾਸ ਪਾਸੋਂ ਹੋਈਆਂ ਨੇ। ਦਾਸ ਖਿਮਾ ਦਾ